ਸੋ ਇਹ ਵੀਡੀਓ +2 ਅਕਾਊਂਟੈਂਸੀ ਦੀ ਆ। ਸੋ ਮੇਰੇ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬੇਸ਼ੱਕ ਤੁਸੀਂ ਜਿੰਨੀਆਂ ਮਰਜ਼ੀ ਬੁੱਕਸ ਪੜ੍ਹ ਲਓ, ਅਕਾਊਂਟੈਂਸੀ ਦੀਆਂ +2 ਦੀਆਂ ਤੁਸੀਂ ਜਿੰਨੀਆਂ ਮਰਜ਼ੀ ਬੁੱਕਸ ਪੜ੍ਹ ਲਓ, ਬਟ ਜਿਹੜੇ ਤੁਹਾਨੂੰ 80% ਤੋਂ ਵੀ ਜ਼ਿਆਦਾ ਕੁਐਸਚਨ ਜਿਹੜੇ ਆਉਂਦੇ, 80% ਪਲੱਸ ਮਾਰਕਸ ਦੇ ਕੁਐਸਚਨ ਆਉਂਦੇ ਆ, ਉਹ ਸਿੱਧੇ 10 ਈਅਰਸ ਤੋਂ ਹੀ ਆਉਂਦੇ ਆ। ਬੇਸ਼ੱਕ ਤੁਸੀਂ ਜਿੱਥੇ ਵੀ ਟਿਊਸ਼ਨ ਪੜ੍ਹਦੇ ਆ, ਉਹ ਅਖੀਰ ਦੇ ਉੱਤੇ ਜਾ ਕੇ ਜਦੋਂ ਤੁਹਾਡਾ ਸਿਲੇਬਸ ਅਖੀਰ ਦੇ ਉੱਤੇ ਮੁੱਕ ਜਾਣਾ ਹੈ ਨਾ, ਉਹਨੇ ਵੀ ਤੁਹਾਨੂੰ 10 ਈਅਰ ਹੀ ਕਰਾਉਣਾ ਹੈ। ਸੋ ਕਿਉਂ ਨਾ ਆਪਾਂ ਪਹਿਲਾਂ ਹੀ ਸ਼ੁਰੂ ਕਰੀਏ। ਆਓ ਦੇਖਦੇ ਹਾਂ ਇਹਦੇ ਵਿੱਚ ਵੀ 10 ਈਅਰਸ ਦੇ ਵਿੱਚ ਅਸੀਂ ਜਿਹੜੀ ਸੀਰੀਜ਼ ਸ਼ੁਰੂ ਕੀਤੀ ਆ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਦੇ ਉੱਤੇ ਨਵੀਂ ਸੀਰੀਜ਼ ਸ਼ੁਰੂ ਕੀਤੀ 10 ਈਅਰਸ ਵਾਲੀ। ਸੋ ਇਹਦੇ ਵਿੱਚ ਕੀ ਕਰਾਂਗੇ ਅਸੀਂ 8 ਮਾਰਕਸ ਵਾਲੀ, 6 ਮਾਰਕਸ ਵਾਲੀ ਜਾਂ ਸਾਰੇ ਜਿੰਨੇ ਵੀ ਤੁਹਾਨੂੰ 10 ਈਅਰਸ ਪ੍ਰੀਵੀਅਸ ਈਅਰਸ ਦੇ ਵਿੱਚ ਕੁਐਸਚਨ ਪੁੱਛੇ ਗਏ ਨਾ, ਉਹਨਾਂ ਨੂੰ ਆਪਾਂ ਇੱਥੇ ਸੋਲਵ ਕਰਾਂਗੇ, ਉਹਨਾਂ ਨੂੰ ਸਾਰਿਆਂ ਨੂੰ ਸੋਲਵ ਕਰਾਂਗੇ ਇੱਥੇ। ਤੇ ਹੁਣ ਇਹ ਇੱਕ ਫਰਸਟ ਚੈਪਟਰ ਦਾ ਅਕਾਊਂਟਿੰਗ ਫॉर ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਦੇ ਵਿੱਚ ਫਰਸਟ ਚੈਪਟਰ ਆ। ਇਹਦਾ ਕੁਐਸਚਨ ਅਸੀਂ ਲਿਆ ਹੋਇਆ ਇੱਕ 8 ਮਾਰਕਸ ਦਾ ਕੁਐਸਚਨ ਆ। ਕਾਫੀ ਈਜ਼ੀ ਜਿਹਾ ਕੁਐਸਚਨ ਹੈ, ਇਹ ਤੋਂ ਈਜ਼ੀ ਤੋਂ ਸ਼ੁਰੂ ਕਰਦੇ ਹਾਂ ਆਪਾਂ ਅੱਜ। ਪਹਿਲਾਂ ਦੇਖ ਲਿਓ ਤੁਸੀਂ, ਤੁਹਾਨੂੰ ਆਪੇ ਪਤਾ ਲੱਗ ਜਾਣਾ ਰਿਸਿਪਟ ਐਂਡ ਪੇਮੈਂਟ ਅਕਾਊਂਟ ਅਸੀਂ ਕਿੱਦਾਂ ਬਣਾਉਣਾ ਹੈ, ਉਹਦੀ ਸ਼ੀਟ ਸਾਰੀ ਆਪਾਂ ਕਿੱਦਾਂ ਤਿਆਰ ਕਰਨੀ ਆ। ਆਪਾਂ ਕੁਐਸਚਨ ਦੇ ਵਿੱਚੋਂ ਹੀ, ਜੇ ਤੁਸੀਂ ਹੁਣ ਬੁੱਕ ਦੇ ਵਿੱਚੋਂ ਪੜ੍ਹੋਗੇ ਨਾ, ਉਹ 'ਚੋਂ ਵੀ ਤੁਹਾਨੂੰ ਕਾਫੀ ਟਾਈਮ ਜਿਹੜਾ ਆ ਉਹ ਲੱਗ ਜਾਣਾ। ਤੇ ਇੱਥੋਂ ਕੁਐਸਚਨ ਤੋਂ ਤੁਹਾਨੂੰ ਸਿੱਧਾ ਪਤਾ ਲੱਗ ਜਾਣਾ ਕਿ ਆਪਾਂ ਰਿਸਿਪਟ ਐਂਡ ਪੇਮੈਂਟ ਅਕਾਊਂਟ ਕਿੱਦਾਂ ਬਣਾਈਦਾ ਹੈ, ਕਿੱਦਾਂ ਆਪਾਂ ਜਨਰੇਟ ਕਰਦੇ, ਠੀਕ ਹੈ। ਸੋ ਸਾਨੂੰ ਇੱਕ ਕੁਐਸਚਨ ਦਿੱਤਾ ਗਿਆ, ਪ੍ਰੀਵੀਅਸ ਈਅਰ ਦਾ ਹੀ ਇੱਕ ਕੁਐਸਚਨ ਆ। Following is the summary of cash transaction of Good Health Club for the year ending 31st March 2018। ਠੀਕ ਹੈ। ਇੱਕ ਕੋਈ ਵੀ ਗੁੱਡ ਹੈਲਥ ਕਲੱਬ ਆ, ਕੋਈ ਯਾਨੀ ਕਿ ਜਿਮ ਆ, ਹੁਣ ਇੱਕ ਕਿਸਮ ਦਾ ਜਿਮ ਆ, ਤੇ ਉਹਦੇ ਅਸੀਂ ਕੀ ਕਰਨੀ ਆ, ਸਾਨੂੰ ਪਾਰਟੀਕੂਲਰਸ ਦਿੱਤੇ ਹੋਏ ਆ ਤੇ ਅਮਾਊਂਟ ਦਿੱਤੇ ਹੋਏ ਆ। ਅਸੀਂ ਕੀ ਕਰਨੀ ਆ, ਰਿਸਿਪਟ ਐਂਡ ਪੇਮੈਂਟ ਅਕਾਊਂਟ ਦੀ ਜਿਹੜੀ ਆ ਉਹ ਸਾਰਾ ਤਿਆਰ ਕਰਨਾ, ਠੀਕ ਹੈ। ਰਿਸਿਪਟ ਐਂਡ ਪੇਮੈਂਟ ਅਕਾਊਂਟ ਆਪਾਂ ਬਣਾਉਣਾ ਹੈ ਗੁੱਡ ਹੈਲਥ ਕਲੱਬ ਦਾ। ਇਹ 8 ਮਾਰਕਸ ਦੇ ਵਿੱਚ ਆਲਰੇਡੀ ਆਇਆ ਹੋਇਆ ਕੁਐਸਚਨ, 4 ਵਾਰੀ ਰਿਪੀਟ ਹੋ ਚੁੱਕਾ ਹੈ ਪ੍ਰੀਵੀਅਸ ਈਅਰਸ ਦੇ ਵਿੱਚ, ਠੀਕ ਹੈ। 2019 ਤੋਂ ਲੈ ਕੇ ਜਿਹੜੇ ਪਿਛਲੇ 2010 ਤੱਕ ਆ, ਇਹ ਸਾਰੇ ਇਹਨਾਂ ਵਿੱਚ ਰਿਪੀਟ ਹੋ ਚੁੱਕਾ। ਦੇਖ ਲਓ ਕਿੰਨਾ ਸੌਖਾ ਜਿਹਾ ਕੁਐਸਚਨ ਆ। ਹੁਣ ਦੇਖੋ ਪਾਰਟੀਕੂਲਰਸ ਦੇਖ ਲੈਂਦੇ ਇਹਦੇ ਕੀ ਆ ਤੇ ਅਮਾਊਂਟ ਕੀ ਆ। ਉਸ ਤੋਂ ਬਾਅਦ 'ਚ ਮੈਂ ਤੁਹਾਨੂੰ ਦੱਸਦਾ ਤੇ ਇਹਨੂੰ ਕਿੱਦਾਂ ਆਪਾਂ ਰਿਸਿਪਟ ਤੇ ਪੇਮੈਂਟ ਆਪਾਂ ਕਿੱਦਾਂ ਜਨਰੇਟ ਕਰਨਾ। ਹੁਣ ਦੇਖੋ, ਸਭ ਤੋਂ ਪਹਿਲਾਂ ਇਹਦੇ ਵਿੱਚ ਓਪਨਿੰਗ ਬੈਲੈਂਸ ਸੀਗਾ ਕੈਸ਼ ਦੇ ਵਿੱਚ, ਇਹਦੇ ਕੋਲ ਸੀਗਾ 70,000 ਰੁਪਈਆ। ਫਿਰ ਬੈਂਕ ਦੇ ਵਿੱਚ ਇੰਨੇ ਪੈਸੇ ਸੀਗੇ, ਠੀਕ ਹੈ, 3 ਲੱਖ ਰੁਪਈਆ। ਸਬਸਕ੍ਰਿਪਸ਼ਨ ਰਿਸੀਵਡ, ਹੁਣ ਦੇਖੋ ਜਿਮ ਜਦੋਂ ਅਸੀਂ ਜਾਂਦੇ ਨਾ, ਇਹ ਥੋੜਾ ਕਾਮਨ ਸੈਂਸ ਦਾ ਵੀ ਵਿੱਚ ਆ ਜਾਂਦੀ ਗੱਲ। ਜਦੋਂ ਅਸੀਂ ਜਿਮ ਜਾਂਦੇ ਤਾਂ ਅਸੀਂ ਸਬਸਕ੍ਰਿਪਸ਼ਨ ਲੈਂਦੇ ਆ, ਯਾਨੀ ਕਿ ਉਹਨਾਂ ਨੂੰ ਪੈਸੇ ਦਿੰਦੇ, ਚਾਹੇ ਮਹੀਨੇ ਦੇ ਦਈਏ, ਚਾਹੇ ਆਪਾਂ ਉਹਨਾਂ ਨੂੰ ਸਾਲ ਦੇ ਦਈਏ, ਇਕੱਠੇ ਦੇ ਦਈਦੇ ਆਪਾਂ ਪੈਸੇ ਉਹਨਾਂ ਨੂੰ, ਜਿਹੜੇ ਵਧੀਆ ਜਿਮ ਆ। ਤੇ ਉਹ ਹੁਣ ਕੀ ਕਰਦੇ ਆ, 2016 ਤੋਂ 17 ਦੀ, 17 ਤੋਂ 18 ਦੀ ਤੇ 18 ਤੋਂ 19 ਦੀ ਸਾਡੇ ਕੋਲ ਕਿਹੜੀ ਆ, ਸਬਸਕ੍ਰਿਪਸ਼ਨ ਆ, ਠੀਕ ਹੈ। ਅਸੀਂ ਸਬਸਕ੍ਰਿਪਸ਼ਨ ਕਿਸੇ ਨੂੰ ਜਿਹੜੀ ਯਾਰ ਜਿਮ ਨੇ ਰਿਸੀਵ ਕੀਤੀ ਹੋਈ ਆ। ਅਗਲਾ ਹੁਣ ਡੋਨੇਸ਼ਨਸ ਫॉर ਜਿਮ। ਹੁਣ ਇਹ ਡੋਨੇਸ਼ਨਸ ਬਾਈ ਦਾ ਜਿਮ ਨਹੀਂ ਹੈਗਾ, ਡੋਨੇਸ਼ਨਸ ਫॉर ਦਾ ਜਿਮ ਆ। ਜਿਮ ਨੂੰ ਜਿਹੜੀ ਵੀ ਡੋਨੇਸ਼ਨ ਮਿਲੀ ਹੋਈ ਆ, ਕਿਸੇ ਨੇ ਦਿੱਤੀ ਹੋਣੀ ਜਿਮ ਨੂੰ, ਠੀਕ ਹੈ। ਹੈਲਥ ਕਲੱਬਾਂ ਨੂੰ ਲੋਕੀ ਕਾਫੀ ਸਾਰੇ ਡੋਨੇਸ਼ਨ ਦਿੰਦੇ ਵੀ ਆ। ਅੱਗੇ ਐਡਮਿਸ਼ਨ ਫੀਸਾਂ ਆ ਗਈਆਂ। ਹੁਣ ਜਿਹੜੀ ਜਿਮ ਦੇ ਵਿੱਚ ਐਡਮਿਸ਼ਨ ਲੈਣ ਲਈ ਫੀਸ ਜਿਹੜੀ ਲਾਈਫ ਟਾਈਮ ਮੈਂਬਰਸ਼ਿਪ ਹੋ ਗਈ ਹੈ, ਵੇਜ ਐਂਡ ਸੈਲਰੀ ਆ, ਇਹ ਸਾਰੀਆਂ ਸਾਨੂੰ ਜਿਹੜੀਆਂ ਫਿਗਰਸ ਦਿੱਤੀਆਂ ਹੋਈਆਂ। ਹੁਣ ਇਹਨਾਂ ਨੂੰ ਆਪਾਂ ਪ੍ਰਿਪੇਅਰ ਕਰਨਾ ਆ ਰਿਸਿਪਟ ਐਂਡ ਪੇਮੈਂਟ ਦੇ ਵਿੱਚ। ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆ, ਆਪਾਂ ਨੋਟ ਕਰ ਲੈਣਾ R ਜਾਂ P, ਆਪਾਂ ਇਹ ਚੀਜ਼ ਨੋਟ ਕਰ ਲੈਣੀ, ਠੀਕ ਹੈ। ਕਿਹੜੀ ਰਿਸਿਪਟ ਆ, ਕਿਹੜੀ ਪੇਮੈਂਟ ਆਪਾਂ ਮੂਹਰੇ ਲਿਖ ਲੈਂਦੇ ਆ, ਤਾਂ ਕਿ ਸਾਨੂੰ ਕੀ ਹੋਵੇ, ਅੱਗੇ ਜਾ ਕੇ ਕੋਈ ਦਿੱਕਤ ਜਿਹੜੀ ਆ ਉਹ ਨਾ ਆਵੇ, ਠੀਕ ਹੈ ਜੀ। ਸੋ ਹੁਣ ਦੇਖਦੇ ਆ ਇਹ ਵਾਲੀ। ਸਭ ਤੋਂ ਪਹਿਲਾਂ ਦੇਖੋ ਤੁਸੀਂ, ਜਿਹੜਾ ਬੈਂਕ ਬੈਲੈਂਸ ਆ ਸਾਡਾ, ਬੈਂਕ ਬੈਲੈਂਸ ਸਾਡਾ ਕੀ ਆਉਂਦਾ ਆ, ਚਾਹੇ ਸਾਡਾ ਕੈਸ਼ ਹੋਵੇ, ਠੀਕ ਹੈ, ਕੈਸ਼ ਆ, ਚਾਹੇ ਆਪਣਾ ਬੈਂਕ ਦੇ ਵਿੱਚ ਜਿਹੜੇ ਪੈਸੇ ਪਏ ਆ, ਅਮਾਊਂਟ ਪਿਆ ਆ, ਇਹ ਸਾਰਾ ਸਾਡਾ ਕਾਹਦੇ ਵਿੱਚ ਆਉਂਦਾ ਆ, ਰਿਸਿਪਟ ਵਿੱਚ ਆਉਂਦਾ। ਰਿਸਿਪਟ ਦਾ ਮੰਨ ਲਓ ਸਾਡੀ ਇੱਕ ਕਿਸਮ ਦਾ, ਜੇ ਆਪਾਂ ਮੋਟਾ ਲਾਈਏ ਤਾਂ ਇਨਕਮ ਹੀ ਸਮਝ ਲਓ। ਪੇਮੈਂਟ ਜਿਹੜੀਆਂ ਅਸੀਂ ਕਰਨੀਆਂ ਆ, ਠੀਕ ਹੈ, ਜਿਹੜਾ ਸਾਡਾ ਖਰਚਾ ਹੈ ਉਹ ਪੇਮੈਂਟ ਵਿੱਚ ਆ ਜਾਂਦਾ। ਆਹ ਸਾਡੀ ਜਿਹੜੀ ਆ ਉਹ ਜਿਹੜੇ ਸਾਨੂੰ ਪੈਸੇ ਜਿਮ, ਆਪਣੇ ਆਪ ਨੂੰ ਤੁਸੀਂ ਜਿਮ ਸਮਝੋ। ਹੁਣ ਤੁਸੀਂ ਜਿਮ ਇੱਕ ਹੈਲਥ ਕਲੱਬ ਹੈ ਤਾਂ ਤੁਹਾਨੂੰ ਪੈਸੇ ਆਉਣੇ ਆ, ਹੀ ਆ ਰਹੇ ਆ, ਆਲਰੇਡੀ ਹੈਗੀਆਂ ਸਾਡੇ ਕੋਲ, ਠੀਕ ਹੈ। ਹੁਣ ਸਬਸਕ੍ਰਿਪਸ਼ਨਸ ਜਿਹੜੇ ਤੁਹਾਨੂੰ ਸਬਸਕ੍ਰਿਪਸ਼ਨਸ ਮਿਲੀਆਂ ਆ, ਉਹ ਵੀ ਸਾਰੀਆਂ ਦੀਆਂ ਸਾਰੀਆਂ ਕੀ ਹੋ ਗਈਆਂ, ਚਾਹੇ ਕਿਸੇ ਵੀ ਸਾਲ ਦੀਆਂ, ਉਹ ਤੁਹਾਡਾ ਜਿਹੜੀ ਆ ਰਿਸਿਪਟ ਹੀ ਆ, ਤੁਸੀਂ ਰਿਸੀਵ ਹੀ ਕੀਤਾ ਸਾਰਾ ਅਮਾਊਂਟ ਇਹ ਵਾਲਾ, ਠੀਕ ਹੈ। ਨੈਕਸਟ ਦੇਖ ਲੈਂਦੇ ਆ, ਜਿਹੜੇ ਆ ਡੋਨੇਸ਼ਨਸ ਫॉर ਜਿਮ ਨੂੰ ਜਿਹੜੀ ਡੋਨੇਸ਼ਨ ਤੁਹਾਡੇ ਨੂੰ ਮਿਲੀ ਆ, ਇਹ ਵੀ ਸਾਡੀ ਕੀ ਆ ਗਈ, ਰਿਸਿਪਟ ਦੇ ਵਿੱਚ ਹੀ ਆ ਗਈ ਹੈ, ਕਿਉਂਕਿ ਤੁਸੀਂ ਰਿਸੀਵ ਕੀਤਾ ਇਹ ਅਮਾਊਂਟ 1,64,000 ਰੁਪਈਆ ਤੁਸੀਂ ਰਿਸੀਵ ਕੀਤਾ ਹੋਇਆ, ਠੀਕ ਹੈ, 1,64,000 ਰੁਪੀਜ਼। ਅਗਲਾ ਹੈਗਾ ਸਾਡੇ ਕੋਲ ਐਡਮਿਸ਼ਨ ਫੀਸ। ਐਡਮਿਸ਼ਨ ਫੀਸ ਜਾਣੀ ਕਿ ਜਿਮ ਦੇ ਵਿੱਚ ਹੀ ਐਡਮਿਸ਼ਨ ਲੈਣ ਦੀ ਫੀਸ ਹੋ ਗਈ, ਇਹ ਵੀ ਚੀਜ਼ ਹੋ ਗਈ ਸਾਡੀ ਰਿਸਿਪਟ ਦੇ ਵਿੱਚ ਹੀ ਆ ਗਈ ਹੈ, ਇਹ ਵੀ ਤੁਸੀਂ ਰਿਸੀਵ ਕੀਤੀ ਹੈ, ਹੈਲਥ ਕਲੱਬ ਨੇ ਜਾਣੀ ਕਿ ਰਿਸੀਵ ਕੀਤੀ, ਗੁੱਡ ਹੈਲਥ ਕਲੱਬ ਨੇ। ਸੋ ਨੈਕਸਟ ਹੈਗਾ ਲਾਈਫ ਟਾਈਮ ਮੈਂਬਰਸ਼ਿਪ ਫੀਸ।
ਲਾਈਫ ਟਾਈਮ ਮੈਂਬਰਸ਼ਿਪ ਫੀਸ ਜਿਹੜੀ ਆ ਨਾ ਇਹ ਵੀ ਜਿਮ ਰਿਸੀਵ ਹੀ ਕਰਦਾ 45000 ਜਿਹੜੀ ਆ ਇਹ ਵੀ ਰਿਸਿਪਟ ਦੇ ਵਿੱਚ ਹੀ ਆ ਗਈ। ਸੋ ਹੁਣ ਇਦਾਂ ਤੁਸੀਂ ਬਣਾਓਗੇ ਨਾ, ਸਭ ਤੋਂ ਪਹਿਲਾਂ ਕੁਐਸਚਨ ਦੇ ਵਿੱਚ ਹੀ ਤੁਸੀਂ ਬਣਾ ਲਓਗੇ ਇਹਦਾ ਰਿਸਿਪਟ ਤੇ ਪੇਮੈਂਟ ਆਰ ਜਾਂ ਪੀ ਲਿਖ ਲਓਗੇ ਤਾਂ ਤੁਹਾਨੂੰ ਬਹੁਤ ਈਜ਼ੀ ਰਹੂਗਾ। ਦੇਖੋ 8 ਮਾਰਕਸ ਦਾ ਕੁਐਸਚਨ ਹੈ, ਕਿੰਨਾ ਈਜ਼ੀ ਕੁਐਸਚਨ ਹੈ ਇਹ ਵਾਲਾ। ਠੀਕ ਹੈ, ਨੈਕਸਟ ਦੇਖਦੇ ਹੁਣ ਵੇਜ ਐਂਡ ਸੈਲਰੀ। ਵੇਜ ਐਂਡ ਸੈਲਰੀ ਦੇਖੋ ਮੇਰੇ ਦੋਸਤੋ, ਇਹ ਜਿਹੜਾ ਸਟਾਫ ਨੂੰ ਦੇਣੀ ਪੈਂਦੀ ਆ, ਇਹ ਜਿਮ ਰਿਸੀਵ ਨਹੀਂ ਕਰਦਾ ਜਦ ਕਿ ਜਿਮ ਦਿੰਦਾ ਆ। ਜਿਹੜੇ ਉੱਥੇ ਟ੍ਰੇਨਰ ਆ ਜਾਂ ਹੋਰ ਕੋਈ ਵੀ ਸਟਾਫ ਆ, ਕਲੀਨਿੰਗ ਕਰਨ ਵਾਲਾ ਜਾਂ ਕੋਈ ਵੀ ਜਿਹੜਾ ਅਕਾਊਂਟਸ ਹੈਂਡਲ ਕਰਦੇ ਜਿਮ ਦੇ ਜਾਂ ਕੋਈ ਵੀ ਸਟਾਫ ਹੋ ਸਕਦਾ, ਉਹਨੂੰ ਵੇਜ ਐਂਡ ਸੈਲਰੀ ਦੇਣੀ ਆ। ਠੀਕ ਹੈ, ਸੋ ਇਹਦਾ ਮਤਲਬ ਕੀ ਆ, ਇਹ ਪੇਮੈਂਟ ਹੋਣੀ ਆ, ਜਿਮ ਪੇਮੈਂਟ ਕਰ ਰਿਹਾ ਇਹ ਵਾਲਾ। ਹੁਣ ਲੋਕਰ ਰੈਂਟ, ਹੁਣ ਤੁਸੀਂ ਕਿਸੇ ਵਧੀਆ ਜਿਮ ਦੇ ਵਿੱਚ ਜਾਓਗੇ ਤਾਂ ਉੱਥੇ ਲੋਕਰਸ ਵੀ ਹੁੰਦੇ ਆ, ਤੁਸੀਂ ਆਪਣਾ ਸਮਾਨ ਵਗੈਰਾ ਉੱਥੇ ਰੱਖ ਸਕਦੇ। ਸੋ ਲੋਕਰ ਦਾ ਵੀ ਰੈਂਟ ਜਿਮ ਲੈਂਦਾ, ਰਿਸੀਵ ਕਰਦਾ। ਠੀਕ ਹੈ, ਸੋ ਇਹ ਆ ਗਈ ਸਾਡੀ ਰਿਸੀਵ ਦੇ ਵਿੱਚ, ਇਹ ਸਾਰੀ ਸਾਡੀ ਰਿਸੀਵਿੰਗ ਦੇ ਵਿੱਚ ਆ ਗਈ। ਹੁਣ ਅਗਲਾ ਦੇਖਦੇ ਆ, ਇਨਵੈਸਟਡ ਇਨ 9% ਡਿਬੈਂਚਰ ਆਫ XYL ਲਿਮਿਟਡ। ਹੁਣ ਇਹ ਕੀ ਕੀਤਾ ਜੀ, ਜਿਮ ਨੇ ਇਨਵੈਸਟ ਕੀਤੇ ਆ, ਮਤਲਬ ਕੀ ਆ, ਪੈਸੇ ਇਹ ਖਰਚੇ ਆ। ਜਿਮ ਨੇ ਇਨਵੈਸਟ ਕੀਤੇ, ਪੈਸੇ ਖਰਚੇ ਕਿੰਨੇ, 2,40,000 ਰੁਪਈਆ, 2,40,000 ਰੁਪੀਜ਼ ਇਹਨੇ ਇਨਵੈਸਟ ਕੀਤੇ ਆ। ਸੋ ਇਹਦਾ ਮਤਲਬ ਕੀ ਹੋ ਗਿਆ, ਇਹ ਵੀ ਇਹਦੀ ਪੇਮੈਂਟ ਦੇ ਵਿੱਚ ਹੀ ਆਉਂਦੀ ਹੈ। ਇਸੇ ਤਰੀਕੇ ਨਾਲ ਰਿਸਿਪਟ ਐਂਡ ਪੇਮੈਂਟ ਜਿਹੜੀ ਆ ਉਹ ਇਦਾਂ ਹੀ ਬਣਦੀ ਆ। ਠੀਕ ਹੈ, ਇਨਵੈਸਟ ਕੀਤੇ ਹੁਣ ਜਾਣੀ ਕਿ ਖਰਚਾ ਕਰ ਦਿੱਤਾ, ਦੇ ਦਿੱਤੇ। ਹੁਣ ਜਦੋਂ ਰਿਸੀਵ ਹੋਊਗੇ ਉਦੋਂ ਉਹ ਬਾਅਦ ਦੀ ਗੱਲ ਆ, ਵੱਖਰੀ ਗੱਲ ਆ। ਸੋ ਨੈਕਸਟ ਦੇਖੋ ਕੀ ਆ, ਨੈਕਸਟ ਹੈਗਾ ਸਾਡਾ ਹੈਲਥ ਜਰਨਲ। ਹੈਲਥ ਜਰਨਲਸ ਕੀ ਹੁੰਦੇ, ਜਾਣੀ ਕਿ ਹੈਲਥ ਦੇ ਨਾਲ ਰਿਲੇਟਡ ਜਿਹੜੀਆਂ ਮੈਗਜ਼ੀਨਾਂ ਖਰੀਦੀਆਂ ਆ। ਠੀਕ ਹੈ, ਉਹ 5000 ਦੀਆਂ ਆ। ਸੋ ਇਹ ਵੀ ਕੀ ਆ ਗਿਆ, ਸਾਡਾ ਪੇਮੈਂਟ ਦੇ ਵਿੱਚ ਹੀ ਆ ਗਿਆ, ਹੈਲਥ ਦੇ ਨਾਲ ਰਿਲੇਟਡ ਜਿਹੜੀ ਹੈਲਥ ਜਰਨਲਸ ਖਰੀਦਦੇ ਆ। ਸਟੇਸ਼ਨਰੀ, ਹੁਣ ਜਿਮ ਜਿਹੜਾ ਸਟੇਸ਼ਨਰੀ ਖਰੀਦਦਾ ਹੈ, ਮੰਨ ਲਓ ਸਟੇਸ਼ਨਰੀ ਕੀ ਹੋ ਗਿਆ, ਕੋਈ ਵੀ ਪੇਪਰ ਵਗੈਰਾ ਹੋਗਾ ਕਿਸੇ ਵੀ ਤਰੀਕੇ ਦਾ। ਠੀਕ ਹੈ, ਉਹਨੂੰ ਜਿਮ ਦੇ ਵਿੱਚ ਯੂਜ਼ਫੁਲ ਜਿਹੜੀਆਂ ਚੀਜ਼ਾਂ ਸਟੇਸ਼ਨਰੀ ਦੀਆਂ ਉਹ ਉਹਨੇ ਖਰੀਦੀਆਂ। ਇਹਦਾ ਮਤਲਬ ਕੀ ਆ, ਇਹਦੀ ਵੀ ਜਿਮ ਨੇ ਪੇਮੈਂਟ ਹੀ ਕੀਤੀ ਆ। ਠੀਕ ਹੈ, ਹੁਣ ਪੇਮੈਂਟ ਹੋ ਗਈ। ਅਗਲਾ ਹੈਗਾ ਇੰਸ਼ੋਰੈਂਸ ਪ੍ਰੀਮੀਅਮ। ਇੰਸ਼ੋਰੈਂਸ ਪ੍ਰੀਮੀਅਮ ਵੀ ਜਿਹੜਾ ਇਹ ਵੀ ਖਰਚੇ ਵਾਲਾ ਕੰਮ ਹੀ, ਇਹ ਵੀ ਕੋਈ ਰਿਸੀਵ ਵਾਲਾ ਕੰਮ ਨਹੀਂ ਹੈਗਾ। ਠੀਕ ਹੈ, ਇਹ ਖਰਚੇ ਵਾਲਾ ਕੰਮ ਹੀ, ਇਹ ਖਰਚਾ ਕਰਦਾ ਹੀ ਆ ਅਗਲ ਜਿਵੇਂ ਜਿਹੜਾ। ਹੁਣ ਅੱਗੇ ਹੈਗੇ ਸਾਡੇ ਕੋਲ ਕੋਰੀਅਰ ਚਾਰਜਸ। ਕੋਰੀਅਰ ਚਾਰਜਸ, ਜਦੋਂ ਕੋਈ ਵੀ ਅਸੀਂ ਚੀਜ਼ ਰਿਸੀਵ ਕਰਦੇ, ਕੋਈ ਕੋਰੀਅਰ ਮੰਗਾਉਣੇ ਆ ਨਾ, ਤਾਂ ਉਹਦੇ ਸਾਨੂੰ ਚਾਰਜਸ ਦੇਣੇ ਪੈਂਦੇ। ਸੋ ਇਹ ਵੀ ਪੇਮੈਂਟ ਦੇ ਵਿੱਚ ਹੀ ਆ ਗਏ। ਮਲਟੀਪਲ ਟੈਕਸ ਸਾਨੂੰ ਪਤਾ ਹੀ ਆ, ਅਸੀਂ ਹਮੇਸ਼ਾ ਦਿੰਦੇ ਆ। ਠੀਕ ਹੈ, ਗੌਰਮੈਂਟ ਨੂੰ ਦਿੰਦੇ ਆ, ਤਾਂ ਚਾਹੇ ਜਿਹੜੇ ਮਿਊਨਸੀਪਲ ਟੈਕਸਸ ਹੈ, ਮਿਊਨਸੀਪੈਲਿਟੀ ਨੂੰ ਅਸੀਂ ਟੈਕਸ ਦਿੰਦੇ ਆ। ਫਿਰ ਅਸੀਂ ਜਿਮ ਸ਼ੁਰੂ ਕੀਤਾ ਤਾਂ ਉਹਦਾ ਟੈਕਸ ਦੇਣਾ ਹੀ ਪੈਂਦਾ ਸਾਨੂੰ। ਨੈਕਸਟ ਹੈਗਾ ਮਸ਼ੀਨਰੀ ਪਰਚੇਜ਼ਡ। ਮਸ਼ੀਨਰੀ ਪਰਚੇਜ਼ਡ ਵੀ ਇੱਕ ਕਿਸਮ ਦਾ ਕੀ ਆ, ਸਾਡਾ ਪਰਚੇਜ਼ ਦੇ ਵਿੱਚ ਪੇਮੈਂਟ ਦੇ ਵਿੱਚ ਹੀ ਆਉਂਦਾ। ਠੀਕ ਹੈ, ਮਸ਼ੀਨਰੀ ਜਿਹੜੀ ਆ ਪਰਚੇਜ਼ ਉਹ ਪੇਮੈਂਟ ਦੇ ਵਿੱਚ ਹੀ ਆਉਣੀ। ਵੈਸੇ ਇਹ ਇੱਕ ਕਿਸਮ ਦਾ ਐਸੈਟ ਹੁੰਦਾ ਆ। ਠੀਕ ਹੈ, ਬਟ ਇੱਥੇ ਇਹ ਸਾਡੀ ਪੇਮੈਂਟ ਦੇ ਵਿੱਚ ਹੀ ਆਉਣੀ ਹੈ। ਠੀਕ ਹੈ, ਅਗਲਾ ਹੈਗਾ ਸੇਲ ਆਫ ਓਲਡ ਨਿਊਜ਼ਪੇਪਰ। ਹੁਣ ਦੇਖੋ ਤੁਸੀਂ ਘਰਾਂ ਦੇ ਵਿੱਚ ਵੀ ਜਦੋਂ ਰੱਦੀ ਵੇਚਦੇ ਨਾ, ਸੇਲ ਕਰਦੇ ਆ ਤਾਂ ਸਾਨੂੰ ਪੈਸੇ ਆਉਂਦੇ। ਇਹਦਾ ਮਤਲਬ ਕਿ ਅਸੀਂ ਮਨੀ ਰਿਸੀਵ ਕਰ ਰਹੇ ਹਾਂ। ਇੱਥੇ ਸੇਲ ਆਫ ਓਲਡ ਪੇਪਰਸ ਦੇ ਵਿੱਚ ਅਸੀਂ ਕੀ ਕੀਤਾ, ਇੱਥੇ ਅਸੀਂ ਰਿਸੀਵ ਲਾਤਾ ਆਰ। ਠੀਕ ਹੈ, ਰਿਸਿਪਟ ਹੋ ਗਈ ਇਹ ਵਾਲੀ। ਅਗਲਾ ਹੋ ਗਿਆ ਸਾਡੇ ਕੋਲ ਇੰਟਰਸਟ ਔਨ ਬੈਂਕ ਬੈਲੈਂਸ। ਇਹ ਵੀ ਦੋਸਤੋ ਇੰਟਰਸਟ ਜਿਹੜਾ ਬੈਂਕ ਬੈਲੈਂਸ ਦੇ ਉੱਤੇ ਸਾਨੂੰ ਆਉਂਦਾ ਆ, ਅਸੀਂ ਦਿੰਦੇ ਨਹੀਂ ਹੈਗੇ। ਠੀਕ ਹੈ, ਉਹ ਟੈਕਸ ਦਿੰਦੇ ਆ, ਤੇ ਜਿਹੜਾ ਇੰਟਰਸਟ ਸਾਨੂੰ ਆਉਂਦਾ ਹੁੰਦਾ ਹੈ। ਸੋ ਇਹ ਕੀ ਹੋ ਗਿਆ, ਇਹ ਵੀ ਰਿਸਿਪਟ ਹੀ ਹੋ ਗਈ। ਅਗਲਾ ਹੈਗਾ ਕੈਸ਼ ਇਨ ਹੈਂਡ, ਜਾਣੀ ਕਿ ਖਰਚਾ ਕਰਨ ਲਈ ਸਾਡੇ ਕੋਲ ਕਿੰਨਾ ਕੈਸ਼ ਇਨ ਹੈਂਡ ਆ, ਇਹ ਪੇਮੈਂਟ ਦੇ ਵਿੱਚ ਹੀ ਆ ਗਿਆ। ਸੋ ਆਹ ਸਾਰੀਆਂ ਚੀਜ਼ਾਂ ਆ ਗਈਆਂ। ਸੋ ਇੱਕ ਗੱਲ ਤਾਂ ਤੁਸੀਂ ਹਮੇਸ਼ਾ ਧਿਆਨ ਰੱਖਣਾ ਕਿ ਜਦੋਂ ਅਸੀਂ ਰਿਸਿਪਟ ਤੇ ਜਿਹੜੀ ਆ ਰਿਸਿਪਟ ਐਂਡ ਪੇਮੈਂਟ ਅਕਾਊਂਟ ਬਣਾਉਣਾ, ਤਾਂ ਰਿਸਿਪਟ ਹਮੇਸ਼ਾ ਲੈਫਟ ਹੈਂਡ ਸਾਈਡ ਦੇ ਉੱਤੇ ਤੇ ਰਾਈਟ ਹੈਂਡ ਸਾਈਡ ਦੇ ਉੱਤੇ ਪੇਮੈਂਟ, ਇਸ ਤਰੀਕੇ ਨਾਲ। ਠੀਕ ਹੈ, ਰਿਸਿਪਟ ਇੱਧਰਲੇ ਪਾਸੇ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਦੇ ਉੱਤੇ ਅਸੀਂ ਪੇਮੈਂਟ ਰੱਖਣੀ ਆ। ਇਹ ਹੋਗਾ ਸਾਡਾ ਡੈਬਿਟ ਦੇ ਵਿੱਚ ਆ ਜਾਂਦਾ, ਇਹ ਸਾਡਾ ਕ੍ਰੈਡਿਟ ਦੇ ਵਿੱਚ। ਇਸ ਤਰੀਕੇ ਨਾਲ ਅਸੀਂ ਲਿਸਟ ਬਣਾ ਲੈਣੀ ਆ। ਸੋ ਹੁਣ ਇਹਦੇ ਵਿੱਚ ਲਿਸਟ ਬਣਾਉਣੇ ਆ ਅਸੀਂ ਇਹਦੇ ਵਿੱਚ। ਸੋ ਹੁਣ ਦੇਖੋ ਮੇਰੇ ਦੋਸਤੋ, ਅਸੀਂ ਕੀ ਕਰਨਾ ਆ ਕਿ ਸਭ ਤੋਂ ਪਹਿਲਾਂ ਤਾਂ ਰਿਸਿਪਟ ਜਿਹੜੀਆਂ ਕੀਤਾ ਆ, ਸਾਰਾ ਕੁਝ ਰਿਸਿਪਟ ਅਸੀਂ ਕੀਤਾ ਹੈ, ਉਹਦੀ ਆਪਾਂ ਲਿਸਟ ਬਣਾ ਲੈਂਦੇ ਆ। ਸਭ ਤੋਂ ਪਹਿਲਾਂ ਤਾਂ ਹੋ ਗਿਆ ਸਾਡੇ ਕੋਲ ਜਿਹੜਾ ਟੂ ਬੈਂਕ ਟੂ ਓਪਨ ਬੈਲੈਂਸ। ਓਪਨ ਬੈਲੈਂਸ ਦੇ ਵਿੱਚ ਸਾਡੇ ਕੋਲ ਕਿਹੜੀ ਕਿਹੜੀ ਚੀਜ਼ ਆ ਜਾਂਦੀ ਆ, ਕੈਸ਼ ਆ ਜਾਂਦਾ, ਤੇ ਇੱਕ ਆ ਜਾਂਦਾ ਆ ਬੈਂਕ। ਕੈਸ਼ ਕਿੰਨਾ ਸਾਡੇ ਕੋਲ 70,000 ਤੇ ਬੈਂਕ ਦੇ ਵਿੱਚ ਕਿੰਨੇ ਆ 3 lakhs। ਠੀਕ ਹੈ ਜੀ, ਨੈਕਸਟ ਸਾਡੇ ਕੋਲ ਆ ਕੀ ਆ ਜਾਂਦੀ ਸਬਸਕ੍ਰਿਪਸ਼ਨ ਰਿਸੀਵਡ। ਠੀਕ ਹੈ, ਸਬਸਕ੍ਰਿਪਸ਼ਨ ਰਿਸੀਵਡ ਕਿੰਨੀ ਆ 2016 2017 ਦੇ ਲਈ ਸਾਡੇ ਕੋਲ ਕਿੰਨੀ ਸੀਗੀ, ਇਹ ਸੀਗੀ 40,000। ਠੀਕ ਹੈ,
2017 ਐਂਡ 2018 ਦੇ ਲਈ ਸਾਡੇ ਕੋਲ ਕਿੰਨੀ ਸੀਗੀ? ਇਹ ਸੀਗੀ 3,75,000 3,75,000। 2018 ਐਂਡ 2019 ਦੇ ਲਈ ਸਾਡੇ ਕੋਲ ਕਿੰਨੀ ਸਬਸਕ੍ਰਿਪਸ਼ਨ ਆਈ ਆ, ਰਿਸੀਵਡ ਹੋਈ ਆ? ਇਹ 20,000 ਹੋਈ ਆ। ਠੀਕ ਹੈ, ਸੋ ਜਦੋਂ ਤੁਸੀਂ ਇਹਨੂੰ ਸਾਰੀ ਨੂੰ ਹੀ ਪਲੱਸ ਕਰੋਗੇ, ਜਦੋਂ ਸਾਰੀਆਂ ਨੂੰ ਪਲੱਸ ਕਰਕੇ ਦੇਖ ਲੈਂਦੇ ਆ, ਸੋ 4,35,000 ਸਾਡਾ ਟੋਟਲ ਆ ਜਾਂਦਾ ਇਹਦੇ ਵਿੱਚ। ਠੀਕ ਹੈ, ਸੋ ਇਹ ਹੋ ਗਿਆ ਸਾਡੇ ਕੋਲ ਸਬਸਕ੍ਰਿਪਸ਼ਨ ਆ ਗਈ ਹੈ। ਨੈਕਸਟ ਕੀ ਹੈਗਾ ਸਾਡੇ ਕੋਲ? ਟੂ ਡੋਨੇਸ਼ਨ ਫॉर ਜਿਮ। ਡੋਨੇਸ਼ਨ ਫॉर ਜਿਮ ਦੇ ਵਿੱਚ ਸਾਡੇ ਕੋਲ ਕੀ ਆ ਜਾਂਦਾ ਹੈ? ਡੋਨੇਸ਼ਨ ਫॉर ਜਿਮ ਦੇ ਵਿੱਚ ਸਾਡੇ ਕੋਲ ਸੀਗੇ 1,64,000। ਠੀਕ ਹੈ, 1,64,000 ਸਾਡੇ ਕੋਲ ਆ ਜਾਂਦਾ ਹੈ। ਅਗਲਾ ਹੈਗਾ ਐਡਮਿਸ਼ਨਸ, ਲੈ ਲੈਂਦੇ ਆ। ਐਡਮਿਸ਼ਨ ਫੀਸ ਸਾਡੇ ਕੋਲ ਕਿੰਨੀ ਸੀਗੀ? 14,000। 14,000 ਸੇਮ ਤਰੀਕੇ ਦੇ ਨਾਲ ਜਿਹੜੀ ਆ ਲਾਈਫ ਮੈਂਬਰਸ਼ਿਪ ਫੀਸ, ਇਹ ਸਾਡੇ ਕੋਲ ਕਿੰਨੀ ਆ? 45,000। ਠੀਕ ਹੈ, ਹੋਰ ਦੇਖ ਲੈਂਦੇ ਕਿੰਨੀ ਸਾਡੇ ਕੋਲ ਰਿਸਿਪਟ ਜਿਹੜੀ ਰਹਿ ਗਈ ਆ। 10 ਰਿਸਿਪਟ ਹੋਰ। ਸੋ ਨੈਕਸਟ ਹੈ ਆ ਸੀਗੀ ਆਪਣੇ ਕੋਲ, ਮੈਂ ਸ਼ਾਰਟ ਵਿੱਚ ਲਿਖਤਾ ਕਿ ਲਾਈਫ ਮੈਂਬਰਸ਼ਿਪ ਫੀਸ। ਠੀਕ ਹੈ, ਸੋ ਇਹ ਵੀ ਸਾਡੀ ਰਿਸਿਪਟ ਦੇ ਵਿੱਚ ਹੀ ਸੀਗੀ, ਲਾਈਫ ਮੈਂਬਰਸ਼ਿਪ ਫੀਸ। ਅਗਲਾ ਸੀਗਾ ਸਾਡੇ ਕੋਲ ਟੂ ਲੋਕਰ ਰੈਂਟ। ਟੂ ਲੋਕਰ ਰੈਂਟ ਸਾਡੇ ਕੋਲ ਕਿੰਨਾ ਹੈ? 11,000। 11,000। ਅਗਲਾ ਕੀ ਆ? ਟੂ ਸੇਲ ਫॉर ओल्ड ਨਿਊਜ਼ਪੇਪਰ। ਠੀਕ ਹੈ, ओल्ड ਨਿਊਜ਼ਪੇਪਰ ਅਸੀਂ ਸੇਲ ਕਰਕੇ ਜਿਹੜੇ ਆ ओल्ड ਨਿਊਜ਼ਪੇਪਰ ਕਰਕੇ ਅਸੀਂ 300 ਜਿਹੜੇ ਆ ਸਿਰਫ ਅਸੀਂ ਰਿਸੀਵ ਕੀਤੇ ਸੀਗੇ। ਅਗਲਾ ਹੈਗਾ ਇੰਟਰਸਟ ਔਨ ਬੈਂਕ ਬੈਲੈਂਸ। ਇੰਟਰਸਟ ਔਨ ਬੈਂਕ ਬੈਲੈਂਸ ਸੋ ਬੈਂਕ ਬੈਲੈਂਸ ਦੇ ਉੱਤੇ ਸਾਡਾ ਇੰਟਰਸਟ ਕਿੰਨਾ? 1,74,000। ਠੀਕ ਹੈ, 1,740 ਇੰਨਾ ਸਾਡਾ ਬੈਂਕ ਬੈਲੈਂਸ ਹੈ। ਠੀਕ ਹੈ ਜੀ, ਸੋ ਇਹ ਸਾਰੀਆਂ ਦੀਆਂ ਸਾਰੀਆਂ ਮੇਰੇ ਦੋਸਤੋ ਹੋ ਗਈਆਂ, ਰਿਸਿਪਟ ਹੋ ਗਈਆਂ। ਰਿਸਿਪਟ ਕਰਨ ਤੋਂ ਬਾਅਦ ਵਿੱਚ ਤੁਸੀਂ ਸਾਰੇ ਦਾ ਸਾਰਾ ਕੀ ਕਰਨਾ? ਟੋਟਲ ਅਮਾਊਂਟ ਕਰ ਲੈਣਾ। ਟੋਟਲ ਅਮਾਊਂਟ ਜਿਹੜਾ ਆ ਉਹ ਐਡ ਕਰ ਲੈਣਾ। ਸੋ ਇਹ ਸਾਡਾ ਟੋਟਲ ਹੋ ਗਿਆ ਸੋ 10,41,040 ਰੁਪੀਜ਼ ਸਾਡਾ ਹੋ ਗਿਆ ਬੈਲੈਂਸ। ਇਹ ਸਾਡਾ ਟੋਟਲ ਰਿਸਿਪਟ ਹੈ ਅਮਾਊਂਟ। ਠੀਕ ਹੈ, ਸਾਰੇ ਦਾ ਸਾਰਾ ਅਮਾਊਂਟ ਅਸੀਂ ਰਿਸੀਵ ਕੀਤਾ ਹੈ। ਸੋ ਨੈਕਸਟ ਦੇਖ ਲੈਂਦੇ ਹਾਂ ਪੇਮੈਂਟ, ਦੇਖ ਲੈਂਦੇ ਕਿੰਨੀਆਂ ਸੀਗੀਆਂ ਸਾਡੇ ਕੋਲ ਪੇਮੈਂਟਸ। ਸੋ ਸਭ ਤੋਂ ਪਹਿਲੀ ਸਾਡੀ ਜਿਹੜੀ ਆ, ਇਹਦੇ ਮੋਹਰੇ ਤੁਸੀਂ ਬਾਈ ਲਿਖਣਾ। ਪੇਮੈਂਟ ਬਾਈ ਦਾ ਕੀ ਆ? ਗੁੱਡ ਐਂਡ ਹੈਲਥ ਕਲੱਬ। ਗੁੱਡ ਹੈਲਥ ਹੁਣ ਗੁੱਡ ਹੈਲਥ ਕਲੱਬ ਪੇਮੈਂਟਸ ਬਾਈ ਗੁੱਡ ਹੈਲਥ ਕਲੱਬ ਕਿਹੜੀ ਆ? ਇੱਕ ਤਾਂ ਸੀਗੀ ਸਾਡੇ ਕੋਲ ਵੇਜ ਐਂਡ ਸੈਲਰੀ। ਵੇਜ ਐਂਡ ਸੈਲਰੀਜ਼ ਅਸੀਂ ਕਿੰਨੀਆਂ ਕੀਤੀਆਂ ਸੀਗੀਆਂ? 55 ਜਿਹੜੀ ਆ ਉਹ 1000 ਇਹ ਸੈਲਰੀ ਦਿੱਤੀ ਆ। ਨੈਕਸਟ ਕੀ ਸੀਗਾ ਸਾਡੇ ਕੋਲ? ਬਾਈ ਇਨਵੈਸਟਮੈਂਟ ਇਨ 9% ਡਿਬੈਂਚਰ ਇਨ ਕੀ ਸੀ? ਡਿਬੈਂਚਰ ਆਫ XYL ਲਿਮਿਟਡ। ਇਹ ਸੀਗੀ ਸਾਡੀ 2,40,000। 2,40,000 ਇਹ ਸਾਡੀ ਆ ਗਈ ਹੈ ਜੀ। ਇਹ ਸਾਡੀ ਕੀ ਆ ਗਈ ਹੈ? ਸਾਡਾ ਜਿਹੜਾ ਇਨਵੈਸਟਮੈਂਟ ਅਸੀਂ ਕੀਤੀ ਸੀ। ਅਗਲਾ ਸਾਡਾ ਸੀਗਾ ਹੈਲਥ ਜਰਨਲਸ। ਹੈਲਥ ਜਰਨਲਸ ਜਿਹੜੇ ਆ ਇਹ 5,000 ਦੇ ਸੀਗੇ। ਨੈਕਸਟ ਕੀ ਸੀਗਾ ਸਾਡੀ? ਸਟੇਸ਼ਨਰੀ ਜਿਹੜੀ ਆ ਉਹ 12,000 ਦੀ ਲਈ ਸੀ। ਠੀਕ ਹੈ, ਪੇਮੈਂਟਸ ਦੇ ਵਿੱਚ ਸਾਰਾ ਆਉਂਦਾ। ਅਗਲਾ ਕੀ ਸੀਗਾ? ਬਾਈ ਇੰਸ਼ੋਰੈਂਸ ਪ੍ਰੀਮੀਅਮ।
ਇੰਸ਼ੋਰੈਂਸ ਪ੍ਰੀਮੀਅਮ 6760 ਰੁਪੀਜ਼ ਦਾ ਸੀਗਾ। ਅਗਲਾ ਬਾਈ ਕੋਰੀਅਰ, ਕੋਰੀਅਰ ਚਾਰਜਸ ਜਿਹੜੇ ਸੀ 800 ਸੀਗੇ। ਅਗਲਾ ਬਾਈ ਕੋਰੀਅਰ ਚਾਰਜ, ਮਿਊਨਸੀਪਲ ਟੈਕਸਸ ਕਿੰਨੇ ਸੀ 9570। ਨੈਕਸਟ ਕਿ ਸੀਗੇ ਆਪਣੇ ਕੋਲ ਮਸ਼ੀਨਰੀ ਪਰਚੇਜ਼, ਮਸ਼ੀਨਰੀ ਪਰਚੇਜ਼ਡ ਜਿਹੜੀ ਸੀ, ਮਸ਼ੀਨਰੀ ਪਰਚੇਜ਼ ਸਾਡੇ ਕੋਲ ਕਿੰਨੀ ਆਉਂਦੀ ਆ 38,000 ਦੀ ਅਸੀਂ ਮਸ਼ੀਨਰੀ ਪਰਚੇਜ਼ ਕੀਤੀ ਸੀਗੀ, ਠੀਕ ਹੈ। ਸੋ ਬਾਈ ਅਗਲਾ ਸਾਡੇ ਕੋਲ ਕੀ ਸੀਗਾ ਕੈਸ਼ ਇਨ ਹੈਂਡ, ਠੀਕ ਹੈ। ਕੈਸ਼ ਇਨ ਹੈਂਡ, ਸੋ ਕੈਸ਼ ਇਨ ਹੈਂਡ ਸਾਡੇ ਕੋਲ ਕਿੰਨਾ ਸੀਗਾ 43,000 ਇੰਨਾ ਸੀਗਾ ਮੇਰੇ ਦੋਸਤੋ। ਇਹ ਸਾਰੀਆਂ ਦੀਆਂ ਸਾਰੀਆਂ ਸਾਡੇ ਕੋਲ ਕੀ ਆ, ਇਹ ਸਾਰੀ ਦੀ ਸਾਰੀ ਸਾਡੀ ਆ ਪੇਮੈਂਟਸ ਆ ਜਾਂਦੀਆਂ, ਠੀਕ ਹੈ। ਪੇਮੈਂਟ ਐਂਡ ਰਿਸਿਪਟਸ ਆ ਜਾਂਦੀਆਂ। ਹੁਣ ਦੇਖੋ ਇਹਨਾਂ ਨੂੰ ਇਹ ਬੈਲੈਂਸ ਹੋਣੀਆਂ ਚਾਹੀਦੀਆਂ। ਜਿਹੜੀ ਮੇਨ ਗੱਲ ਹੈ ਨਾ, ਮੇਨ ਸਭ ਤੋਂ ਜਿਹੜੀ ਚੀਜ਼ ਆ, ਇਹ ਬੈਲੈਂਸ ਹੋਣੀਆਂ ਚਾਹੀਦੀਆਂ। ਹੁਣ ਬੈਲੈਂਸ ਅਸੀਂ ਕਿੱਦਾਂ ਕਰਨੀਆਂ ਇਹ ਸਾਰੀਆਂ? ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਨਾਂ ਨੂੰ ਕੀ ਕਰੋ, ਇਹਨਾਂ ਨੂੰ ਪਹਿਲਾਂ ਐਡ ਅਪ ਕਰ ਦਿਓ ਸਾਰੀਆਂ ਨੂੰ, ਠੀਕ ਹੈ। ਜਦੋਂ ਤੁਸੀਂ ਇਹਨਾਂ ਨੂੰ ਐਡੀਸ਼ਨ ਕਰ ਦੋਗੇ, ਸਾਰੀਆਂ ਦੀਆਂ ਸਾਰੀਆਂ ਪੇਮੈਂਟਸ ਨੂੰ ਤੁਸੀਂ ਐਡੀਸ਼ਨ ਕਰ ਦੋਗੇ, ਤਾਂ ਤੁਹਾਡੇ ਕੋਲ ਜਿਹੜਾ ਪੇਮੈਂਟਸ ਦਾ ਆ, ਤੁਹਾਡੇ ਕੋਲ ਪੇਮੈਂਟਸ ਕਿੰਨੀਆਂ ਬਣੂਗੀਆਂ? ਉਹ ਹੋਊਗੀਆਂ ਸਾਡੇ ਕੋਲ 4,10,630 ਇੰਨੀਆਂ ਤੁਹਾਡੇ ਕੋਲ ਜਿਹੜੀਆਂ ਸਾਰੇ ਦਾ ਸਾਰਾ ਅਮਾਊਂਟ ਪੇਮੈਂਟਸ ਦਾ ਇੰਨਾ ਬਣੂਗਾ। ਬਟ ਜਿਹੜਾ ਆ ਤੁਸੀਂ ਰਿਸਿਪਟ ਕੀਤਾ ਸੀ ਨਾ, ਰਿਸੀਵ ਕੀਤਾ ਸੀ, ਉਹ ਅਮਾਊਂਟ ਇੰਨਾ ਹੈ। ਹੁਣ ਦੇਖੋ ਕਿੰਨਾ ਫਰਕ ਹੈ। ਹੁਣ ਤੁਸੀਂ ਕੀ ਕਰਨਾ, ਦੋਨਾਂ ਨੂੰ ਤੁਸੀਂ ਮਾਈਨਸ ਕਰ ਦੇਣਾ। ਇਹ ਇੱਕ ਹੁਣ ਕੀ ਕਰਨਾ, ਤੁਸੀਂ ਦੋਨਾਂ ਨੂੰ ਮਾਈਨਸ ਕਰਨਾ ਆ। ਹੁਣ ਦੇਖੋ ਜਿੰਨਾ ਤੁਹਾਡਾ ਬੈਲੈਂਸ ਆਊਗਾ, ਜਿਹੜਾ ਤੁਹਾਡਾ ਬੈਲੈਂਸ ਆਉਣਾ ਆ ਉਹ ਹੈਗਾ ਆ 6,30,410 ਰੁਪਏ। ਇਹ ਸਾਡਾ ਬੈਲੈਂਸ ਆ ਗਿਆ। ਹੁਣ ਅਸੀਂ ਕੀ ਕਰਨਾ ਆ, ਇੱਥੇ ਸਿਰਫ ਇੰਨਾ ਲਿਖ ਦਿਓ ਕਿ ਬੈਂਕ ਬੈਲੈਂਸ, ਜਿਹੜਾ ਸਾਡੇ ਕੋਲ ਬੈਲੈਂਸ ਬਣਿਆ, ਠੀਕ ਹੈ। ਸੋ ਬੈਂਕ ਬੈਲੈਂਸ ਕਿੰਨਾ ਸੀਗਾ ਜਿਹੜਾ ਸਾਡਾ, ਹੁਣ ਅਸੀਂ ਕੀ ਕੀਤਾ, ਇਹ ਮਾਈਨਸ ਕੀਤਾ, ਇਹ ਸਾਡਾ ਬੈਲੈਂਸ ਬਣ ਗਿਆ ਨਾ। ਸੋ ਬੈਲੈਂਸ ਕਿੰਨਾ ਸਾਡੇ ਕੋਲ ਬਣਿਆ 6,30,410 ਇਹ ਸਾਡਾ ਬੈਲੈਂਸ ਆ। ਹੁਣ ਅਸੀਂ ਕੀ ਕਰਨਾ, ਸਾਰੇ ਦੇ ਸਾਰੇ ਅਮਾਊਂਟ ਨੂੰ ਐਡ ਅਪ ਕਰ ਦੇਣਾ ਹੈ। ਸੋ ਇਸ ਜਗ੍ਹਾ ਦੇ ਉੱਤੇ ਹੀ ਇੱਕ ਟ੍ਰਿਕ ਸੀ, ਪਹਿਲਾਂ ਹੀ ਕਰਨਾ ਸੀ, ਸਾਰਿਆਂ ਨੂੰ ਐਡ ਅਪ ਕੀਤਾ। ਐਡ ਅਪ ਕਰਕੇ ਅਸੀਂ ਕੀ ਕੀਤਾ, ਰਿਸਿਪਟ ਦੇ ਵਿੱਚੋਂ ਮਾਈਨਸ ਕਰਕੇ ਜਿੰਨੇ ਵੀ ਬੈਲੈਂਸ ਬਣਿਆ ਸੀ ਉਹ ਇੱਥੇ ਲਿਖ ਦਿੱਤਾ। ਆਹ ਚੀਜ਼ ਸੀਗੀ ਅਸੀਂ ਕੀਤੀ। ਬਸ ਹੁਣ ਜਦੋਂ ਅਸੀਂ ਸਾਰੇ ਨੂੰ ਐਡ ਅਪ ਕਰ ਦੇਵਾਂਗੇ ਤਾਂ ਉਹ ਰਿਸਿਪਟ ਦੇ ਬਰਾਬਰ ਹੀ ਬੈਲੈਂਸ ਆ ਜਾਊਗਾ। ਹੁਣ ਕਿੰਨਾ ਆਊਗਾ 10,41,040 ਇੰਨਾ। ਹੁਣ ਦੇਖੋ ਇਹ ਸਾਡੀ ਕੀ ਰੈਡੀ ਹੋ ਗਈ ਆ, ਰਿਸਿਪਟ ਐਂਡ ਪੇਮੈਂਟ ਦੀ ਜਿਹੜੀ ਆ ਉਹ ਸਾਰੀ ਆ ਅਕਾਊਂਟ ਰੈਡੀ ਹੋ ਗਿਆ ਸਾਡਾ, ਠੀਕ ਹੈ। ਸੋ ਇਹ ਸੀਗਾ ਸਾਡਾ ਕੁਐਸਚਨ, ਇਹਦਾ ਇੱਕ ਸਕਰੀਨਸ਼ਾਟ ਲੈ ਲਓ, ਠੀਕ ਹੈ ਜੀ। ਇਹ ਸਕਰੀਨ ਹੁਣ ਕੀ ਕਰਨਾ ਸੀ, ਹੁਣ ਤੁਸੀਂ ਇੱਕ ਵਾਰੀ ਆਪ ਵੀ ਇਹਨੂੰ ਟਰਾਈ ਕਰਕੇ ਦੇਖਿਓ। ਸੋ ਇਹ ਸਾਡੀ ਸਾਰੀ ਸੀਗੀ ਕਿ ਰਿਸਿਪਟ ਐਂਡ ਪੇਮੈਂਟ ਅਸੀਂ ਕਿੱਦਾਂ ਬਣਾਉਣੀ ਆ। ਸੋ ਇਸ ਤਰੀਕੇ ਦੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਜਿਹੜਾ ਇਹਨੂੰ ਫੋਲੋ ਕਰੋ। ਅਸੀਂ ਟਰਾਈ ਕਰਾਂਗੇ ਕਿ ਹਫਤੇ ਵਿੱਚ 1 ਜਾਂ 2 ਵੀਡੀਓ ਜਿਹੜੀਆਂ ਆ ਉਹ 10 ਈਅਰ ਦੇ ਉੱਤੇ ਅਕਾਊਂਟਿੰਗ ਦੀਆਂ ਜ਼ਰੂਰ ਪਾਈਏ। ਥੈਂਕ ਯੂ।